ओम शांति। अज प्यारे बाप दादा दे 2/4/2021 ਦੇ महावचन बाबा ने अपने बच्चों ਨੂੰ कहा, मिठे बच्चे ज्ञान सागर बाप आए हैं। ਤੁਹਾਡੇ ਬੱਚਿਆਂ ਦੇ ਸਾਹਮਣੇ ਗਿਆਨ ਡਾਂਸ ਕਰਨ ਦੇ ਲਈ ਤੁਸੀਂ ਹੁਸ਼ਿਆਰ ਸਰਵਿਸੇਬਲ ਬਣੋ ਤਾਂ ਗਿਆਨ ਦੀ ਡਾਂਸ ਵੀ ਅੱਛੀ ਹੋਵੇ। प्रश्न है, संगम युग ते तुसीं बच्चे अपने विच किहड़ी आदत पाउंदे हो? उत्तर है याद विच रहण दी। यह है रूहानी आदत। इस आदत दे नाल नाल तुसीं दिव्य अते अलौकिक कर्म भी करने हन। तुसीं हो ब्राह्मण, तुसीं सारिਆਂ ਨੂੰ सच्ची कथा जरूर सुनाउणी है। सर्विस दी भी तुहाडे बच्चों विच आदत होनी चाहिए है। गीत है, धीरज धर मनुआ धीरज धर, तेरे सुख के भरे दिन आएंगे। ओम शांति। जिवें कोई हॉस्पिटल विच बीमार हुंदे हन तां मरीज दुख तो छुट्टण दी आश रखदे हन। डॉक्टर तो पुछदे हन की हाल है, कदों ये बीमारी छुटेगी? ਤਾਂ ਉਹ ਸਾਰੀਆਂ ਤਾਂ ਹੱਦ ਦੀਆਂ ਗੱਲਾਂ ਹਨ, ਇਹ ਤਾਂ ਬੇਹੱਦ ਦੀ ਗੱਲ ਹੈ। ਬਾਬਾ ਆ ਕੇ ਬੱਚਿਆਂ ਨੂੰ ਰਾਏ ਦਿੰਦੇ ਹਨ। ਇਹ ਵੀ ਤੁਸੀਂ ਬੱਚੇ ਜਾਣ ਚੁੱਕੇ ਹੋ ਕਿ ਬਰੋਬਰ ਸੁੱਖ ਅਤੇ ਦੁੱਖ ਦਾ ਇਹ ਖੇਲ ਹੈ। ਵੈਸੇ ਤਾਂ ਤੁਸੀਂ ਬੱਚਿਆਂ ਨੂੰ ਸਤਯੁਗ ਵਿੱਚ ਜਾਣ ਤੋਂ ਵੀ ਜ਼ਿਆਦਾ ਫਾਇਦਾ ਇੱਥੇ ਹੈ, ਮਾਨਾ ਸੰਗਮ ਯੁਗ ਤੇ ਹੈ। ਕਿਉਂਕਿ ਤੁਸੀਂ ਜਾਣਦੇ ਹੋ ਇਸ ਸਮੇਂ ਅਸੀਂ ਈਸ਼ਵਰੀਏ ਗੋਦ ਵਿੱਚ ਹਾਂ, ਈਸ਼ਵਰੀਏ ਔਲਾਦ ਹਾਂ। ਇਸ ਸਮੇਂ ਸਾਡੀ ਬਹੁਤ ਉੱਚੇ ਤੇ ਉੱਚੀ ਗੁਪਤ ਮਹਿਮਾ ਹੈ। ਮਨੁੱਖ ਮਾਤਰ ਬਾਪ ਨੂੰ ਸ਼ਿਵ, ਈਸ਼ਵਰ, ਭਗਵਾਨ ਵੀ ਕਹਿੰਦੇ ਹਨ, ਪਰੰਤੂ ਜਾਣਦੇ ਨਹੀਂ, ਬੁਲਾਉਂਦੇ ਰਹਿੰਦੇ ਹਨ। ਡਰਾਮਾ ਅਨੁਸਾਰ ਇਸ ਤਰ੍ਹਾਂ ਹੁੰਦਾ ਹੈ। ਗਿਆਨ ਅਤੇ ਅਗਿਆਨ ਦਿਨ ਅਤੇ ਰਾਤ ਗਾਉਂਦੇ ਵੀ ਹਨ, ਪਰੰਤੂ ਤਮੋ ਪ੍ਰਧਾਨ ਬੁੱਧੀ ਇਸ ਤਰ੍ਹਾਂ ਬਣ ਗਏ ਜੋ ਆਪਣੇ ਨੂੰ ਤਮੋ ਪ੍ਰਧਾਨ ਸਮਝਦੇ ਹੀ ਨਹੀਂ ਹਨ। ਜਿਸ ਦੀ ਤਕਦੀਰ ਵਿੱਚ ਬਾਪ ਦਾ ਵਰਸਾ ਹੋਵੇ ਤਾਂ ਬੁੱਧੀ ਵਿੱਚ ਵੀ ਬੈਠ ਸਕੇ। ਬੱਚੇ ਜਾਣਦੇ ਹਨ ਕਿ ਅਸੀਂ ਬਿਲਕੁਲ ਹੀ ਘੋਰ ਹਨੇਰੇ ਵਿੱਚ ਸੀ। ਹੁਣ ਬਾਪ ਆਇਆ ਹੈ ਤਾਂ ਕਿੰਨਾ ਸੋਝਰਾ ਮਿਲਿਆ ਹੈ, ਚਾਨਣ ਹੋ ਗਿਆ। ਵੈਸੇ ਵੀ ਗੁਰਬਾਣੀ ਦੇ ਵੀ ਸ਼ਬਦ ਹੈ ਨਾ ਕਿ ਮਿੱਟੀ ਧੁੰਦ ਜਗ ਚਾਨਣ ਹੋਇਆ, ਤਾਂ ਧੁੰਦ ਮਿਟ ਜਾਂਦੀ ਹੈ ਮਾਇਆ ਦੀ ਤੇ ਚਾਨਣ ਹੋ ਜਾਂਦਾ ਹੈ। ਬਾਬਾ ਜੋ ਨੌਲੇਜ ਸਮਝਾਉਂਦੇ ਹਨ ਉਹ ਕੋਈ ਵੀ ਵੇਦ ਸ਼ਾਸਤਰ ਗ੍ਰੰਥ ਆਦਿ ਵਿੱਚ ਨਹੀਂ ਹੈ। ਇਹ ਵੀ ਬਾਪ ਸਿੱਧ ਕਰਕੇ ਦੱਸਦੇ ਹਨ। ਤੁਹਾਨੂੰ ਬੱਚਿਆਂ ਨੂੰ ਰਚਿਤਾ ਅਤੇ ਰਚਨਾ ਦੇ ਆਦਿ ਮੱਧ ਅੰਤ ਦੀ ਰੋਸ਼ਨੀ ਦਿੰਦਾ ਹਾਂ। ਉਹ ਫਿਰ ਪ੍ਰਾਇਲੋਪ ਹੋ ਜਾਂਦੀ ਹੈ। ਮੇਰੇ ਬਿਨਾਂ ਫਿਰ ਕਿਸੇ ਨੂੰ ਗਿਆਨ ਮਿਲ ਨਾ ਸਕੇ। ਫਿਰ ਇਹ ਗਿਆਨ ਪ੍ਰਾਇਲੋਪ ਹੋ ਜਾਂਦਾ ਹੈ। ਸਮਝ ਵਿੱਚ ਆਉਂਦਾ ਹੈ ਕਿ ਕਲਯੁਗ ਬੀਤ ਗਿਆ, ਫਿਰ 5000 ਸਾਲ ਬਾਅਦ ਫਿਰ ਰਿਪੀਟ ਹੋਵੇਗਾ। ਇਹ ਨਵੀਂ ਗੱਲ ਹੈ, ਇਹ ਤਾਂ ਸ਼ਾਸਤਰਾਂ ਵਿੱਚ ਹੈ ਨਹੀਂ। ਬਾਪ ਤਾਂ ਇਹ ਨੌਲੇਜ ਸਾਰਿਆਂ ਨੂੰ ਇੱਕੋ ਵਰਗੀ ਪੜ੍ਹਾਉਂਦੇ ਹਨ, ਪਰੰਤੂ ਧਾਰਨਾ ਵਿੱਚ ਨੰਬਰਵਾਰ ਹਨ। ਕੋਈ ਅੱਛੇ ਸਰਵਿਸੇਬਲ ਬੱਚੇ ਆਉਂਦੇ ਹਨ ਤਾਂ ਬਾਬਾ ਦਾ ਡਾਂਸ ਵੀ ਇਸ ਤਰ੍ਹਾਂ ਦਾ ਚੱਲਦਾ ਹੈ। ਡਾਂਸ ਕਿਹੜਾ? ਗਿਆਨ ਦਾ ਡਾਂਸ। ਬਾਬਾ ਨੇ ਫਿਰ ਮਿਸਾਲ ਦਿੱਤਾ ਕਿ ਜਿਵੇਂ ਡਾਂਸਿੰਗ ਗਰਲ ਹੁੰਦੀ ਹੈ ਨਾ, ਉਹਨੂੰ ਦੇਖਣ ਵਾਲੇ ਬਹੁਤ ਸ਼ੌਕੀਨ ਹੁੰਦੇ ਹਨ, ਤਾਂ ਉਹ ਵੀ ਫਿਰ ਖੁਸ਼ੀ ਵਿੱਚ ਬਹੁਤ ਅੱਛਾ ਡਾਂਸ ਕਰਦੀ ਹੈ। ਥੋੜ੍ਹੇ ਬੈਠੇ ਹੋਣਗੇ ਤਾਂ ਕਾਮਨ ਰੀਤੀ ਨਾਲ ਥੋੜ੍ਹਾ ਡਾਂਸ ਕਰੇਗੀ। ਵਾਹ ਕਰਨ ਵਾਲੇ ਬਹੁਤ ਹੋਣਗੇ ਤਾਂ ਉਸ ਦਾ ਵੀ ਹੁਲਾਸ बढ़ेगा। ਇੱਥੇ ਵੀ ਇਸ ਤਰ੍ਹਾਂ ਹੈ। ਮੁਰਲੀ ਸਾਰੇ ਬੱਚੇ ਸੁਣਦੇ ਹਨ, ਪਰੰਤੂ ਸਾਹਮਣੇ ਸੁਣਨ ਦੀ ਗੱਲ ਹੀ ਕੁਝ ਹੋਰ ਹੈ। ਇਹ ਵੀ ਦਿਖਾਉਂਦੇ ਹਨ ਕਿ ਕ੍ਰਿਸ਼ਨ ਡਾਂਸ ਕਰਦਾ ਸੀ। ਡਾਂਸ ਕੋਈ ਉਹ ਡਾਂਸ ਨਹੀਂ, ਕੋਈ ਸੂਲ ਡਾਂਸ ਦੀ ਬਾਬਾ ਗੱਲ ਨਹੀਂ ਕਰ ਰਹੇ। ਅਸਲ ਵਿੱਚ ਗਿਆਨ ਦੀ ਡਾਂਸ। ਸ਼ਿਵ ਬਾਬਾ ਖੁਦ ਦੱਸਦੇ ਹਨ ਕਿ ਮੈਂ ਗਿਆਨ ਦੀ ਡਾਂਸ ਕਰਨ ਆਉਂਦਾ ਹਾਂ। ਮੈਂ ਗਿਆਨ ਦਾ ਸਾਗਰ ਹਾਂ।
ਤਾਂ ਅੱਛੀਆਂ ਪੁਆਇੰਟਸ ਨਿਕਲਦੀਆਂ ਹਨ। ਇਹ ਗਿਆਨ ਦੀ ਮੁਰਲੀ ਕਾਠ ਦੀ ਮੁਰਲੀ ਨਹੀਂ ਹੈ। ਪਤਿਤ ਪਾਵਨ ਬਾਪ ਆ ਕੇ ਸਹਿਜ ਰਾਜਯੁਗ ਸਿਖਾਉਣਗੇ ਜਾਂ ਫਿਰ ਲੱਕੜੀ ਦੀ ਮੁਰਲੀ ਵਜਾਉਣਗੇ। ਇਹ ਕਿਸੇ ਦੇ ਖਿਆਲ ਵਿੱਚ ਨਹੀਂ ਹੋਵੇਗਾ ਕਿ ਬਾਪ ਆ ਕੇ ਇਸ ਤਰ੍ਹਾਂ ਰਾਜਯੁਗ ਸਿਖਾਉਂਦੇ ਹਨ। ਹੁਣ ਤੁਸੀਂ ਜਾਣਦੇ ਹੋ, ਬਾਕੀ ਕੋਈ ਵੀ ਮਨੁੱਖ ਮਾਤਰ ਨੂੰ ਇਹ ਬੁੱਧੀ ਵਿੱਚ ਆ ਨਾ ਸਕੇ। ਆਉਣ ਵਾਲਿਆਂ ਵਿੱਚ ਵੀ ਨੰਬਰਵਾਰ ਪਦ ਪਾਉਂਦੇ ਹਨ। ਜਿਵੇਂ ਕਲਪ ਪਹਿਲਾਂ ਕੀਤਾ ਹੈ, ਉਸ ਤਰ੍ਹਾਂ ਹੀ ਪੁਰਸ਼ਾਰਥ ਕਰਦੇ ਰਹਿੰਦੇ ਹਨ। ਤੁਸੀਂ ਜਾਣਦੇ ਹੋ ਕਿ ਕਲਪ ਪਹਿਲਾਂ ਦੀ ਤਰ੍ਹਾਂ ਬਾਪ ਆਉਂਦੇ ਹਨ, ਆ ਕੇ ਬੱਚਿਆਂ ਨੂੰ ਸਾਰੇ ਰਾਜ ਖੋਲ੍ਹ ਕੇ ਦੱਸਦੇ ਹਨ। ਬਾਪ ਕਹਿੰਦੇ ਹਨ ਕਿ ਮੈਂ ਵੀ ਬੰਧਨ ਵਿੱਚ ਬੰਨਿਆ ਹੋਇਆ ਹਾਂ। ਹਰ ਇੱਕ ਇਸ ਡਰਾਮਾ ਦੇ ਬੰਧਨ ਵਿੱਚ ਬੰਧਿਆ ਹੋਇਆ ਹੈ। ਜੋ ਕੁਝ ਸਤਯੁਗ ਵਿੱਚ ਹੋਇਆ ਸੀ ਉਹ ਫਿਰ ਰਿਪੀਟ ਹੋਵੇਗਾ। ਕਿੰਨੀਆਂ ਅਨੇਕ ਪ੍ਰਕਾਰ ਦੀਆਂ ਯੋਨੀਆਂ ਹਨ। ਸਤਯੁਗ ਵਿੱਚ ਇੰਨੀਆਂ ਯੋਨੀਆਂ ਥੋੜ੍ਹੀ ਹੋਣਗੀਆਂ, ਇੰਨੇ ਜੀਵ ਜੰਤੂ, ਇਹ ਮੱਖੀ ਮੱਛਰ ਤਾਂ ਸਭ ਕੁਝ ਨਹੀਂ ਹੋਵੇਗਾ ਸਤਯੁਗ ਵਿੱਚ। ਉੱਥੇ ਤਾਂ ਥੋੜ੍ਹੀ ਵੈਰਾਈਟੀ ਹੁੰਦੀ ਹੈ। ਅੱਛੇ ਪੰਛੀ, ਅੱਛੇ ਜਾਨਵਰ, ਅੱਛਾ ਹੋਵੇਗਾ। ਫਿਰ ਵ੍ਰਿੱਧੀ ਨੂੰ ਪਾਉਂਦੇ ਰਹਿੰਦੇ ਹਨ। ਜਿਵੇਂ ਧਰਮ ਵੀ ਵੱਧਦੇ ਜਾਂਦੇ ਹਨ ਨਾ, ਸਤਯੁਗ ਵਿੱਚ ਤਾਂ ਨਹੀਂ ਸੀ। ਜੋ ਸਤਯੁਗ ਵਿੱਚ ਸੀ ਉਹ ਫਿਰ ਸਤਯੁਗ ਵਿੱਚ ਹੀ ਦੇਖੋਗੇ। ਸਤਯੁਗ ਵਿੱਚ ਕੋਈ ਵੀ ਛੀ ਮਾਨਾ ਗੰਧ ਕਰਨ ਵਾਲੀ ਚੀਜ਼ ਹੋ ਨਾ ਸਕੇ। ਉਹਨਾਂ ਨੂੰ ਦੇਵੀ ਦੇਵਤਾ ਕਹਿੰਦੇ ਹਨ, ਭਗਵਾਨ ਭਗਵਤੀ ਕਹਿੰਦੇ ਹਨ। ਅਤੇ ਹੋਰ ਕੋਈ ਖੰਡ ਵਿੱਚ ਕਿਸ ਨੂੰ ਗੋਡ ਗੋਡਿਸ ਨਹੀਂ ਕਹਿ ਸਕਦੇ। ਉਹ ਦੇਵਤੇ ਜ਼ਰੂਰ ਸਤਯੁਗ ਵਿੱਚ ਰਾਜ ਕਰਦੇ ਸੀ। ਉਹਨਾਂ ਦਾ ਦੇਖੋ ਕਿੰਨਾ ਗਾਇਨ ਹੁੰਦਾ ਹੈ। ਤੁਹਾਨੂੰ ਬੱਚਿਆਂ ਨੂੰ ਹੁਣ ਧੀਰਜ ਆ ਗਿਆ ਹੈ। ਬਾਬਾ ਕਹਿ ਰਹੇ, ਤੁਸੀਂ ਜਾਣਦੇ ਹੋ ਕਿ ਸਾਡਾ ਮਰਤਬਾ ਕਿੰਨਾ ਉੱਚਾ ਹੈ ਜਾਂ ਘੱਟ ਹੈ। ਅਸੀਂ ਇੰਨੇ ਨੰਬਰਾਂ ਨਾਲ ਪਾਸ ਹੋਵਾਂਗੇ। ਹਰ ਇੱਕ ਆਪਣੇ ਨੂੰ ਸਮਝ ਸਕਦੇ ਹਨ ਕਿ ਫਲਾਣਾ ਅੱਛੀ ਸਰਵਿਸ ਕਰ ਰਿਹਾ ਹੈ। ਹਾਂ, ਚਲਦੇ ਤੂਫਾਨ ਵੀ ਆ ਜਾਂਦੇ ਹਨ। ਬਾਪ ਤਾਂ ਕਹਿੰਦੇ ਹਨ ਕਿ ਬੱਚਿਆਂ ਨੂੰ ਕੋਈ ਵੀ ਗ੍ਰਹਿਚਾਰੀ ਤੂਫਾਨ ਨਾ ਆਵੇ। ਮਾਇਆ ਚੰਗੇ ਬੱਚਿਆਂ ਨੂੰ ਵੀ ਸੁੱਟ ਦਿੰਦੀ ਹੈ। ਤਾਂ ਬਾਬਾ ਧੀਰਜ ਦਿੰਦੇ ਹਨ। ਬਾਕੀ ਥੋੜਾ ਸਮਾਂ ਹੈ, ਤੁਸੀਂ ਸੇਵਾ ਕਰਨੀ ਹੈ। ਸਥਾਪਨਾ ਹੋ ਗਈ, ਫਿਰ ਤਾਂ ਜਾਣਾ ਹੀ ਹੈ। ਇਸ ਵਿੱਚ 1 ਸੈਕਿੰਡ ਵੀ ਅੱਗੇ ਪਿੱਛੇ ਨਹੀਂ ਹੋ ਸਕਦਾ। ਇਹ ਰਾਜ ਬੱਚੇ ਹੀ ਸਮਝ ਸਕਦੇ ਹਨ। ਗਿਆਨ ਤਾਂ ਬੜਾ ਸਹਿਜ ਹੈ, 1 ਸੈਕਿੰਡ ਦਾ ਹੈ। ਫਿਰ ਵੀ ਸਮਝਾਉਂਦੇ ਰਹਿੰਦੇ ਹਨ, ਪੁਆਇੰਟਸ ਦਿੰਦੇ ਰਹਿੰਦੇ ਹਨ। ਮੁੱਖ ਪੁਆਇੰਟ ਹੈ ਹੀ ਮਨ ਭਵ। ਬਾਬਾ ਕਹਿ ਰਹੇ, ਯਾਦ ਦਾ ਮਨ ਭਵ, ਇਸ ਵਿੱਚ ਹੀ ਵਿਘਨ ਪੈਂਦੇ ਹਨ। ਦੇਹ ਅਭਿਮਾਨ ਆ ਜਾਣ ਨਾਲ ਫਿਰ ਅਨੇਕ ਪ੍ਰਕਾਰ ਦੇ ਘੁਟਕੇ ਆ ਜਾਂਦੇ ਹਨ। ਫਿਰ ਯੋਗ ਵਿੱਚ ਰਹਿਣ ਨਹੀਂ ਦਿੰਦੇ। ਜਿਵੇਂ ਭਗਤੀ ਮਾਰਗ ਵਿੱਚ ਕ੍ਰਿਸ਼ਨ ਦੀ ਯਾਦ ਵਿੱਚ ਬੈਠਦੇ ਸੀ ਤਾਂ ਬੁੱਧੀ ਕਿਤੇ ਚਲੀ ਜਾਂਦੀ ਹੈ। ਭਗਤੀ ਦਾ ਅਨੁਭਵ ਤਾਂ ਸਾਰਿਆਂ ਨੂੰ ਹੈ ਨਾ। ਇਸ ਜਨਮ ਦੀ ਹੀ ਤਾਂ ਗੱਲ ਹੈ। ਇਸ ਜਨਮ ਨੂੰ ਜਾਣਨ ਨਾਲ ਕੁਛ ਨਾ ਕੁਛ ਪਾਸਟ ਜਨਮ ਨੂੰ ਵੀ ਸਮਝ ਸਕਦੇ ਹੋ। ਬੱਚਿਆਂ ਨੂੰ ਆਦਤ ਹੋ ਗਈ ਹੈ ਬਾਪ ਨੂੰ ਯਾਦ ਕਰਨ ਦੀ। ਜਿੰਨਾ ਯਾਦ ਕਰਦੇ ਹੋ ਓਨਾ ਖੁਸ਼ੀ ਵੱਧਦੀ ਹੈ। ਨਾਲ ਦਿਵਯ ਅਲੌਕਿਕ ਕਰਮ ਵੀ ਕਰਨਾ ਹੈ। ਤੁਸੀਂ ਹੋ ਬ੍ਰਾਹਮਣ, ਤੁਸੀਂ ਸਤਿ ਨਾਰਾਇਣ ਦੀ ਕਥਾ, ਅਮਰ ਕਥਾ ਸੁਣਾਉਂਦੇ ਹੋ। ਮੂਲ ਗੱਲ ਇੱਕ ਹੀ ਹੈ ਜਿਸ ਵਿੱਚ ਸਭ ਕੁਝ ਆ ਜਾਂਦਾ ਹੈ। ਯਾਦ ਨਾਲ ਵਿਕਰਮ ਵਿਨਾਸ਼ ਹੁੰਦੇ ਹਨ। ਇਹ ਇੱਕ ਹੀ ਆਦਤ ਰੂਹਾਨੀ ਹੈ। ਬਾਬਾ ਸਮਝਾਉਂਦੇ ਹਨ ਕਿ ਨੌਲੇਜ ਤਾਂ ਬੜੀ ਸਹਿਜ ਹੈ। ਕੰਨਿਆਵਾਂ ਦਾ ਨਾਮ ਵੀ ਗਾਇਆ ਹੋਇਆ ਹੈ। ਅਦਰ ਕੁਮਾਰੀ, ਕੁਮਾਰੀ ਕੰਨਿਆ। ਕੁਮਾਰੀ ਦਾ ਨਾਮ ਸਭ ਤੋਂ ਜ਼ਿਆਦਾ ਬਾਲਾ ਹੈ। ਉਸ ਨੂੰ ਤਾਂ ਕੋਈ ਵੀ ਬੰਧਨ ਨਹੀਂ। ਉਹ ਪਤੀ ਤਾਂ ਵਿਕਾਰੀ ਬਣਾ ਦਿੰਦੇ। ਇਹ ਬਾਪ ਤਾਂ ਸਵਰਗ ਵਿੱਚ ਲੈ ਜਾਣ ਲਈ ਸ਼ਿੰਗਾਰਦੇ ਹਨ, ਸਵੀਟ ਸਾਗਰ ਵਿੱਚ ਲੈ ਜਾਂਦੇ ਹਨ। ਬਾਬਾ ਕਹਿੰਦੇ ਹਨ, ਇਸ ਪੁਰਾਣੀ ਦੁਨੀਆ ਨੂੰ, ਪੁਰਾਣੀ ਦੇਹ ਸਹਿਤ ਬਿਲਕੁਲ ਭੁੱਲ ਜਾਓ। ਆਤਮਾ ਕਹਿੰਦੀ ਹੈ ਕਿ ਅਸੀਂ ਤਾਂ ਪੂਰੇ 84 ਜਨਮ ਕੀਤੇ, ਹੁਣ ਫਿਰ ਬਾਪ ਤੋਂ ਪੂਰਾ ਵਰਸਾ ਲਵਾਂਗੇ।
ਹਿੰਮਤ ਰੱਖਦੇ ਹੋ, ਫਿਰ ਵੀ ਮਾਇਆ ਨਾਲ ਲੜਾਈ ਤਾਂ ਹੈ ਹੀ ਨਾ। ਪਹਿਲਾਂ ਤਾਂ ਇਹ ਬਾਬਾ ਹੈ, ਮਾਇਆ ਦੇ ਤੂਫਾਨ ਸਭ ਤੋਂ ਜ਼ਿਆਦਾ ਇਸ ਦੇ ਕੋਲ ਆਉਂਦੇ ਹਨ, ਮਨਾ ਬ੍ਰਹਮਾ ਬਾਬਾ ਕੋਲ। ਬਹੁਤ ਆ ਕੇ ਪੁੱਛਦੇ ਹਨ ਕਿ ਬਾਬਾ ਸਾਨੂੰ ਇਹ ਹੁੰਦਾ ਹੈ। ਬਾਬਾ ਦੱਸਦੇ ਹਨ ਕਿ ਬੱਚੇ ਹਾਂ ਇਹ ਤੂਫਾਨ ਤਾਂ ਜ਼ਰੂਰ ਆਉਣਗੇ। ਪਹਿਲਾਂ ਤਾਂ ਮੇਰੇ ਕੋਲ ਆਏ ਸੀ, ਅੰਤ ਵਿੱਚ ਸਭ ਕਰਮਾਤੀਤ ਅਵਸਥਾ ਨੂੰ ਪਾ ਲੈਣਗੇ, ਕੋਈ ਨਵੀਂ ਗੱਲ ਨਹੀਂ ਹੈ। ਫਿਰ ਬਾਬਾ ਨੇ ਕਿਹਾ ਕੱਲ੍ਹ ਪਹਿਲਾਂ ਵੀ ਹੋਇਆ ਸੀ, ਡਰਾਮਾ ਵਿੱਚ ਪਾਰਟ ਵਜਾਇਆ, ਹੁਣ ਫਿਰ ਵਾਪਸ ਘਰ ਜਾਂਦੇ ਹੋ। ਤੁਹਾਨੂੰ ਬੱਚਿਆਂ ਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ, ਬਾਕੀ ਥੋੜ੍ਹਾ ਸਮੇਂ ਹੈ, ਸਰੀਰ ਨੂੰ ਕੁਝ ਨਾ ਕੁਝ ਤਾਂ ਹੁੰਦਾ ਰਹਿੰਦਾ ਹੈ। ਹੁਣ ਇਹ ਤੁਹਾਡਾ ਅੰਤਿਮ ਜਨਮ ਹੈ, ਕੋਈ ਨਾ ਕੋਈ ਕਰਮ ਭੋਗ ਥੋੜ੍ਹਾ ਬਹੁਤਾ ਹਿਸਾਬ ਕਿਤਾਬ ਚੁੱਕਤੋਂ ਕਰਨਾ ਪੈਂਦਾ ਹੈ। ਹੁਣ ਤੁਹਾਡੇ ਸੁੱਖ ਦੇ ਦਿਨ ਆਉਂਦੇ ਹਨ, ਡਰਾਮਾ ਪਲਾਨ ਅਨੁਸਾਰ। ਦੇਖਦੇ ਹੋ ਵਿਨਾਸ਼ ਸਾਹਮਣੇ ਖੜਾ ਹੈ, ਤੁਹਾਨੂੰ ਤੀਸਰਾ ਨੇਤਰ ਮਿਲਦਾ ਹੈ। ਮੂਲ ਵਤਨ, ਸੂਖਸ਼ਮ ਵਤਨ, ਸਥੂਲ ਵਤਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਇਹ ਸਵੈਦਰਸ਼ਨ ਚੱਕਰ ਤੁਹਾਡੀ ਬੁੱਧੀ ਵਿੱਚ ਫਿਰਦਾ ਰਹਿੰਦਾ ਹੈ। ਖੁਸ਼ੀ ਹੁੰਦੀ ਹੈ। ਇਸ ਸਮੇਂ ਸਾਨੂੰ ਬੇਹੱਦ ਦਾ ਬਾਪ ਟੀਚਰ ਬਣ ਕੇ ਪੜ੍ਹਾਉਂਦੇ ਹਨ, ਪਰੰਤੂ ਨਵੀਂ ਗੱਲ ਹੋਣ ਦੇ ਕਾਰਨ ਬਾਰ-ਬਾਰ ਭੁੱਲ ਜਾਂਦੇ ਹੋ। ਨਹੀਂ ਤਾਂ ਬਾਬਾ ਕਹਿਣ ਨਾਲ ਹੀ ਖੁਸ਼ੀ ਦਾ ਪਾਰਾ ਚੜ੍ਹ ਜਾਣਾ ਚਾਹੀਦਾ ਹੈ। ਬਾਬਾ ਕਹਿ ਰਹੇ ਕਿ ਬਾਬਾ ਕਹਿ ਰਹੇ ਤੁਹਾਨੂੰ ਹੁਣ 3 ਹਿੱਸਾ ਸੁੱਖ ਵਿੱਚ ਤੁਸੀਂ ਰਹਿੰਦੇ ਹੋ। ਤੁਹਾਡੇ ਵਰਗਾ ਸੁੱਖ ਕੋਈ ਹੋਰ ਦੇਖ ਨਾ ਸਕੇ। ਤੁਹਾਡੇ ਲਈ ਤਾਂ ਅਪਾਰ ਸੁੱਖ ਹਨ। ਮਹਾਨ ਸੁੱਖ ਵਿੱਚ ਤਾਂ ਦੁੱਖ ਦਾ ਪਤਾ ਵੀ ਨਹੀਂ ਚੱਲਦਾ। ਸੰਗਮ ਯੁੱਗ 'ਤੇ ਤੁਸੀਂ ਦੋਨਾਂ ਨੂੰ ਜਾਣ ਸਕਦੇ ਹੋ। ਤੁਹਾਨੂੰ ਬੱਚਿਆਂ ਨੂੰ ਹੁਣ ਦਿਮਾਗ ਭਰਪੂਰ ਹੋ ਗਿਆ ਹੈ। ਖੁਸ਼ੀ ਦਾ ਕਿੰਨਾ ਪਾਰਾ ਚੜ੍ਹਦਾ ਹੈ। ਸਾਰੀ ਨੌਲੇਜ ਬੱਚਿਆਂ ਦੇ ਕੋਲ ਹੈ। ਅੱਛਾ, ਫਿਰ ਬਾਪ ਦਾਦਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਪਹਿਲਾ ਪੁਆਇੰਟ ਹੈ ਧਾਰਨਾ ਲਈ ਮੁੱਖ ਸਾਰ। ਇਸ ਪੁਰਾਣੀ ਦੇਹ ਅਤੇ ਦੁਨੀਆ ਨੂੰ ਬੁੱਧੀ ਨਾਲ ਭੁੱਲ ਕੇ ਬਾਪ ਨੂੰ ਅਤੇ ਘਰ ਨੂੰ ਯਾਦ ਕਰਨਾ ਹੈ। ਸਦਾ ਇਸ ਖੁਸ਼ੀ ਵਿੱਚ ਰਹਿਣਾ ਹੈ ਕਿ ਹੁਣ ਸਾਡੇ ਸੁੱਖ ਦੇ ਦਿਨ ਆਏ ਕਿ ਆਏ। ਦੂਸਰਾ, ਨੌਲੇਜਫੁਲ ਬਾਪ ਤੋਂ ਸਾਰੀ ਜੋ ਨੌਲੇਜ ਮਿਲੀ ਹੈ ਉਸ ਦਾ ਸਿਮਰਨ ਕਰ ਦਿਮਾਗ ਨੂੰ ਭਰਪੂਰ ਰੱਖਣਾ ਹੈ। ਦੇਹ ਅਭਿਮਾਨ ਵਿੱਚ ਆ ਕੇ ਕਦੇ ਵੀ ਕਿਸੇ ਪ੍ਰਕਾਰ ਦਾ ਗੁਟਕਾ ਨਹੀਂ ਖਾਣਾ ਹੈ। ਵਰਦਾਨ ਹੈ ਈਸ਼ਵਰੀਏ ਭਾਗ ਵਿੱਚ ਲਾਈਟ ਦਾ ਕਰਾਊਨ ਮਾਨਾ ਲਾਈਟ ਦਾ ਤਾਜ ਪ੍ਰਾਪਤ ਕਰਨ ਵਾਲੇ ਸਰਵ ਪ੍ਰਾਪਤੀ ਸਵਰੂਪ ਭਵ। ਦੁਨੀਆ ਵਿੱਚ ਭਾਗ ਦੀ ਨਿਸ਼ਾਨੀ ਰਾਜਾ ਹੀ ਹੁੰਦੀ ਹੈ ਅਤੇ ਰਾਜਾਈ ਦੀ ਨਿਸ਼ਾਨੀ ਤਾਜ ਹੁੰਦਾ ਹੈ। ਇਸ ਤਰ੍ਹਾਂ ਈਸ਼ਵਰੀਏ ਭਾਗ ਦੀ ਨਿਸ਼ਾਨੀ ਲਾਈਟ ਦਾ ਕਰਾਊਨ ਹੈ ਅਤੇ ਇਸ ਕਰਾਊਨ ਦੀ ਪ੍ਰਾਪਤੀ ਦਾ ਆਧਾਰ ਹੈ ਪਵਿੱਤਰਤਾ। ਸੰਪੂਰਨ ਪਵਿੱਤਰ ਆਤਮਾਵਾਂ ਲਾਈਟ ਦੇ ਤਾਜਦਾਰੀ ਹੋਣ ਦੇ ਨਾਲ ਨਾਲ ਸਰਵ ਪ੍ਰਾਪਤੀਆਂ ਤੋਂ ਸੰਪੰਨ ਹੁੰਦੀਆਂ ਹਨ। ਅਗਰ ਕੋਈ ਵੀ ਪ੍ਰਾਪਤੀ ਦੀ ਕਮੀ ਹੈ ਤਾਂ ਲਾਈਟ ਦਾ ਕਰਾਊਨ ਸਪਸ਼ਟ ਦਿਖਾਈ ਨਹੀਂ ਦੇਵੇਗਾ। ਸਲੋਗਨ ਹੈ ਆਪਣੀ ਰੂਹਾਨੀ ਸਥਿਤੀ ਵਿੱਚ ਸਥਿਤ ਰਹਿਣ ਵਾਲਾ ਹੀ ਮਨਸਾ ਮਹਾਦਾਨੀ ਹੈ। ਅੱਛਾ, ਓਮ ਸ਼ਾਂਤੀ।